ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਤਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੱਜ ਪੰਜਾਬੀ ਜਰਨਲ ਦਾ ਪੇਪਰ ਸੀ। ਆਈ ਹੋਪ ਕਿ ਪੇਪਰ ਤੁਹਾਡਾ ਬਹੁਤ ਵਧੀਆ ਹੋਇਆ ਹੋਵੇਗਾ। ਤੇ ਫਿਰ ਇਸ ਦਾ ਅੱਜ ਸੋਲੂਸ਼ਨ ਕਰਨ ਲੱਗੇ ਆ ਤਾਂ ਕਿ ਤੁਸੀਂ ਆਪਣੇ ਆਨਸਰਸ ਮੈਚ ਕਰ ਸਕੋ। ਮੈਕਸਿਮਮ ਮਾਰਕਸ ਤੁਹਾਡੇ 40 ਸੀਗੇ ਇਸ ਕੁਐਸਚਨ ਪੇਪਰ ਦੇ। ਸਭ ਤੋਂ ਪਹਿਲਾਂ ਵਸਤੂਨਿਸ਼ਟ ਪ੍ਰਸ਼ਨ ਦੇਖਦੇ ਹਾਂ। ਸੁੰਦਰ ਲਿਖਾਈ ਦੇ ਜਿਹੜੇ ਸੀਗੇ ਤੁਹਾਡੇ 2 ਅੰਕ ਉਹ ਹੈਗੇ ਸੀ ਪੰਜਾਬ ਦੀਆਂ ਨਕਲਾਂ। ਪਾਠ ਦਾ ਲੇਖਕ ਕੌਣ ਹੈ? ਪਿਆਰਾ ਸਿੰਘ ਖੁੰਡਾ। ਮਾੜਾ ਬੰਦਾ ਕਹਾਣੀ ਦੇ ਕਹਾਣੀਕਾਰ ਦਾ ਨਾਂ ਕੀ ਹੈ? ਪ੍ਰੇਮ ਪ੍ਰਕਾਸ਼। ਸੰਮੀ ਮੇਰੀ ਵਣ ਕੋਠੇ ਤੇ ਪਰ ਕੋਠੜਾ, ਇਹ ਵਾਲੀ ਜਿਹੜੀ ਹੈਗੀ ਹੈ ਖਾਲੀ ਥਾਂ ਦੇ ਵਿੱਚ ਭਰਿਆ ਜਾਵੇਗਾ। ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾਂ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੱਕ ਕੇ ਸੈਨਤਾ ਮਾਰਦਾ ਹੈ, ਇਹ ਬਿਲਕੁਲ ਸਹੀ ਕਥਨ ਹੈ। ਗੀਤ ਸੁਣਨ ਉਪਰੰਤ ਲੇਖਕਾਂ ਦੇ ਮਨ ਵਿੱਚ ਭਗਤ ਸਿੰਘ ਦੀ ਮੰਗੇਤਰ ਬਾਰੇ ਖਿਆਲ ਆਉਣ ਲੱਗੇ ਸਨ, ਬਿਲਕੁਲ ਸਹੀ, ਉਸ ਬਾਰੇ ਖਿਆਲ ਆਉਣ ਲੱਗ ਪਏ ਸਨ। ਹੇਠਾਂ ਦਿੱਤੇ ਪ੍ਰਸ਼ਨਾਂ ਵਿੱਚੋਂ ਕੋਈ 2 ਪ੍ਰਸ਼ਨ ਕਰਨੇ ਸੀਗੇ ਤੁਸੀਂ ਬੱਚੋ। ਲੋਕ ਕਿੱਤੇ ਦੀ ਵਿਸ਼ੇਸ਼ਤਾ ਕੀ ਹੈ? ਠੀਕ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਸਮਝਾਇਆ ਗਿਆ ਸੀਗਾ, ਜਿਹੜਾ ਲੋਕ ਕਿੱਤਾ ਹੈ ਉਹ ਸਧਾਰਨ ਤੋਂ ਲੈ ਕੇ ਵਿਸ਼ੇਸ਼ ਵਿਅਕਤੀ ਤੱਕ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਲੋਕ ਕਿੱਤਾ ਹੁੰਦਾ ਕੀ ਹੈ? ਜਿਸ ਤਰ੍ਹਾਂ ਕਿ ਤਰਖਾਣ ਹੈ, ਉਹ ਲੱਕੜ ਦੀਆਂ ਚੀਜ਼ਾਂ ਬਣਾਉਂਦੇ ਆ ਵੱਖ-ਵੱਖ, ਜੋ ਕਿ ਸਾਡੇ ਘਰਾਂ 'ਚ ਆਮ ਕੰਮ ਵੀ ਆਉਂਦੀਆਂ ਨੇ, ਜਿਸ ਤਰ੍ਹਾਂ ਕਿ ਮੰਜਾ ਪੀੜੀ ਹੋ ਗਿਆ, ਅਤੇ ਖੇਤਾਂ ਦੇ ਵਿੱਚ ਵੀ ਕੰਮ ਆਉਂਦੀਆਂ ਹੁੰਦੀਆਂ ਸੀ ਉਹ ਚੀਜ਼ਾਂ ਪਹਿਲਾਂ, ਜਿਵੇਂ ਕਿ ਹਲ ਸੁਹਾਗਾ ਵਗੈਰਾ ਹੋ ਗਿਆ। ਠੀਕ ਹੈ, ਤਾਂ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਸੀਗੀਆਂ ਸਾਡੀ ਜੀਵਨ ਜਾਂਚ ਦੇ ਲਈ। ਤਾਂ ਇਹੀ ਲੋਕ ਕਿੱਤੇ ਦੀ ਵਿਸ਼ੇਸ਼ਤਾ ਸੀ ਵੀ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਮਨੁੱਖ ਤੱਕ ਲੋਕ ਕਿੱਤਾ ਜਿਹੜਾ ਉਹ ਉਨੀ ਹੀ ਅਹਿਮੀਅਤ ਰੱਖਦਾ। ਇਸਤਰੀਆਂ ਦੇ ਮੁੱਖ ਲੋਕ ਨਾਚ ਤੁਸੀਂ ਦੱਸਣੇ ਸੀਗੇ। ਠੀਕ ਹੈ, ਇਹ ਹੈਗੇ ਨੇ ਗਿੱਧਾ, ਸੰਮੀ ਅਤੇ ਕਿੱਕਲੀ। ਇਹਨਾਂ ਨੂੰ ਤੁਸੀਂ ਵਿਸਥਾਰ ਦੇ ਵਿੱਚ ਵੀ ਅੱਗੇ ਐਕਸਪਲੇਨ ਕਰਨਾ ਸੀਗਾ। ਪੇਸ਼ਕਾਰੀ ਦੇ ਪੱਖ ਤੋਂ ਨਕਲਾਂ ਦੀਆਂ ਕਿਹੜੀਆਂ ਕਿਸਮਾਂ ਨੇ? ਨਿੱਕੀਆਂ ਨਕਲਾਂ ਅਤੇ ਲੰਬੀਆਂ ਨਕਲਾਂ। ਪੰਜਾਬੀ ਸੱਭਿਆਚਾਰਕ ਪਰਿਵਰਤਨ ਕੀ ਹੈ? ਸੰਖੇਪ ਵਿੱਚ ਲਿਖੋ। ਇਹ ਵਾਲਾ ਕੁਐਸਚਨ ਵੀ ਤੁਸੀਂ ਐਕਸਪਲੇਨ ਕਰਨਾ ਸੀਗਾ ਵੀ ਨਿੱਕੀਆਂ ਨਕਲਾਂ ਦੇ ਵਿੱਚ ਕਿੰਨੇ ਪਾਤਰ ਹੁੰਦੇ ਆ ਤੇ ਲੰਬੀਆਂ ਨਕਲਾਂ ਦੇ ਵਿੱਚ ਕਿੰਨੇ ਪਾਤਰ ਹੋ ਸਕਦੇ ਆ ਵਗੈਰਾ, ਸਾਰਾ ਤੁਸੀਂ ਇਹਨੂੰ ਡਿਸਕ੍ਰਿਪਟਿਵ ਵੇ ਦੇ ਵਿੱਚ ਲਿਖਣਾ ਸੀਗਾ। ਪੰਜਾਬੀ ਸੱਭਿਆਚਾਰਕ ਪਰਿਵਰਤਨ ਬੱਚੋ ਤੁਹਾਨੂੰ ਸਮਝਾਇਆ ਸੀਗਾ ਕਿ ਜਿਹੜਾ ਸਾਡਾ ਸੱਭਿਆਚਾਰ ਹੈ ਪੰਜਾਬੀ, ਚਾਹੇ ਉਹ ਇੱਕ ਸਥਿਰ ਚੀਜ਼ ਨਹੀਂ, ਕਹਿਣ ਦਾ ਮਤਲਬ ਕਿ ਉਹ ਬਦਲਦਾ ਰਹਿੰਦਾ ਸਮੇਂ ਦੇ ਨਾਲ, ਉਹਦੇ ਵਿੱਚ ਹੋਰਾਂ ਸੱਭਿਆਚਾਰਾਂ ਦਾ ਮਿਸ਼ਰਣ ਹੁੰਦਾ ਰਹਿੰਦਾ, ਮੇਲ ਹੁੰਦਾ ਰਹਿੰਦਾ। ਪਰੰਤੂ ਜਿਹੜਾ ਹੁਣ ਅਜੋਕੇ ਸਮੇਂ ਦੇ ਵਿੱਚ ਪਰਿਵਰਤਨ ਆਇਆ ਸਾਡੇ ਸੱਭਿਆਚਾਰ ਦੇ ਵਿੱਚ, ਉਹ ਆਇਆ ਵਿਸ਼ਵੀਕਰਨ ਦੇ ਕਾਰਨ। ਸੰਚਾਰ ਦੇ ਸਾਧਨ ਵੱਧ ਗਏ, ਵਿਗਿਆਨ ਦੀਆਂ ਖੋਜਾਂ ਹੋ ਗਈਆਂ, ਆਵਾਜਾਈ ਦੇ ਸਾਧਨ ਵੀ ਬਹੁਤ ਜ਼ਿਆਦਾ ਵੱਧ ਚੁੱਕੇ ਆ, ਜਿਸ ਕਰਕੇ ਸਾਨੂੰ ਇਹ ਦੁਨੀਆ ਇੱਕ ਪਿੰਡ ਲੱਗਣ ਲੱਗ ਪਈ ਹੈ। ਪੂਰਾ ਗਲੋਬ ਹੈ ਜਿਹੜਾ ਉਹ ਬਹੁਤ ਛੋਟਾ ਹੋ ਕੇ ਰਹਿ ਗਿਆ, ਸਾਡੀਆਂ ਦੂਰੀਆਂ ਘਟ ਗਈਆਂ ਨੇ, ਜਿਸ ਕਾਰਨ ਸਾਡੇ ਪਹਿਰਾਵੇ ਵਿੱਚ, ਖਾਣ ਪੀਣ ਦੇ ਵਿੱਚ, ਸਾਡੇ ਰਸਮਾਂ ਰਿਵਾਜਾਂ ਦੇ ਵਿੱਚ ਅਤੇ ਪੂਰੀ ਜੀਵਨ ਸ਼ੈਲੀ ਦੇ ਵਿੱਚ ਕਿੰਨੇ ਹੀ ਪਰਿਵਰਤਨ ਆਏ ਹੈ। ਇਹਨਾਂ ਨੂੰ ਅਸੀਂ ਪੰਜਾਬੀ ਸੱਭਿਆਚਾਰਕ ਪਰਿਵਰਤਨ ਕਹਿੰਦੇ ਆ। ਇਹ ਪਰਿਵਰਤਨ ਨਕਾਰਾਤਮਕ ਵੀ ਹੈਗੇ ਆ ਕੁਝ ਕੁ, ਜਿਵੇਂ ਕਿ ਅਸੀਂ ਖਾਣ ਪੀਣ ਦੇ ਵਿੱਚ ਜ਼ਿਆਦਾਤਰ ਤਰਜੀਹ ਹੈ ਜਿਹੜੀ ਉਹ ਘਰ ਦੀਆਂ ਚੀਜ਼ਾਂ ਨੂੰ ਨਹੀਂ ਦਿੰਦੇ, ਬਾਹਰਲੀਆਂ ਚੀਜ਼ਾਂ ਨੂੰ, ਡੱਬਾਬੰਦ ਚੀਜ਼ਾਂ ਨੂੰ ਅਸੀਂ ਤਰਜੀਹ ਦਿੰਦੇ ਹਾਂ। ਇਹ ਇੱਕ ਨਕਾਰਾਤਮਕ ਪਰਿਵਰਤਨ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਕਾਰਾਤਮਕ ਪਰਿਵਰਤਨ ਵੀ ਆਏ ਨੇ। ਇਸ ਸਾਰੀ ਚੇਂਜ ਨੂੰ ਜਾਂ ਤਬਦੀਲੀ ਨੂੰ ਅਸੀਂ ਪੰਜਾਬੀ ਸੱਭਿਆਚਾਰਕ ਪਰਿਵਰਤਨ ਆਖ ਲੈਂਦੇ ਹਾਂ, ਜਿਹੜੇ ਕਿ ਵਿਸ਼ਵੀਕਰਨ ਜਾਂ ਆਵਾਜਾਈ ਦੇ ਸਾਧਨਾਂ ਦੀ ਬਹੁਤਾਤ, ਵਿਗਿਆਨ ਦੀਆਂ ਖੋਜਾਂ ਅਤੇ ਸੰਚਾਰ ਦੇ ਸਾਧਨਾਂ ਦੀ ਵਜ੍ਹਾ ਨਾਲ ਆਏ ਨੇ। ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ? ਬੇਟਾ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਦੂਸਰੇ ਸੱਭਿਆਚਾਰਾਂ ਤੋਂ ਸਾਨੂੰ ਜਿਹੜਾ ਹੈਗਾ ਡੱਬਾਬੰਦ ਖਾਣੇ ਦਾ ਸੁਭਾਅ ਪੈ ਗਿਆ। ਅਸੀਂ ਜਿਹੜੇ ਪੰਜਾਬੀ ਹਾਂ, ਅਸੀਂ ਆਪਣੇ ਘਰ ਦੇ ਖਾਣੇ ਨੂੰ ਛੱਡ ਕੇ ਡੱਬਾਬੰਦ ਖਾਣੇ ਨੂੰ ਜਾਂ ਫਾਸਟ ਫੂਡ ਨੂੰ ਤਰਜੀਹ ਦੇ ਰਹੇ ਹਾਂ। ਪਰੰਤੂ ਸਾਨੂੰ ਰਵਾਇਤੀ ਖਾਣੇ ਨੂੰ ਹੀ ਕਿਉਂ ਤਰਜੀਹ ਦੇਣੀ ਚਾਹੀਦੀ ਹੈ? ਕਿਉਂਕਿ ਕੋਈ ਵੀ ਖਾਣਾ ਹੈ ਜਿਹੜਾ ਉਹ ਉੱਥੋਂ ਦੀਆਂ ਭੂਗੋਲਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ। ਜਿਵੇਂ ਪੰਜਾਬ ਦੇ ਵਿੱਚ ਸਾਗ ਹੈ, ਮੱਕੀ ਦੀ ਰੋਟੀ ਹੈ, ਲੱਸੀ ਵਗੈਰਾ, ਇਹ ਸਾਡੇ ਮਸ਼ਹੂਰ ਪਕਵਾਨ ਨੇ ਸਾਡੇ ਪੰਜਾਬ ਦੇ। ਤਾਂ ਇਹ ਸਾਨੂੰ ਇੱਕ ਤਾਕਤ ਪ੍ਰਦਾਨ ਕਰਦੇ ਨੇ। ਪਰੰਤੂ ਅਸੀਂ ਅੱਜ ਕੱਲ੍ਹ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਡੱਬਾਬੰਦ ਖਾਣੇ ਨੂੰ ਤਰਜੀਹ ਦੇਣ ਲੱਗ ਪਏ ਪੱਛਮੀ ਸੱਭਿਆਚਾਰ ਦੀ ਤਰਜ਼ ਤੇ। ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਇੱਕ ਤਾਂ ਉਹ ਭੋਜਨ ਬੇਹਾ ਹੁੰਦਾ ਹੈ, ਉਹਨੂੰ ਸਹੀ ਸਲਾਮਤ ਰੱਖਣ ਵਾਸਤੇ ਉਹਦੇ ਵਿੱਚ ਬਹੁਤ ਸਾਰੇ ਕੈਮੀਕਲ ਮਿਲਾਏ ਜਾਂਦੇ ਨੇ ਡੱਬਿਆਂ ਦੇ ਵਿੱਚ ਬੰਦ ਰੱਖਣ ਦੇ ਲਈ ਉਹਨੂੰ, ਤੇ ਜਦ ਅਸੀਂ ਉਸਨੂੰ ਖਾਂਦੇ ਹਾਂ ਤਾਂ ਉਹ ਜਿਹੜੇ ਕੈਮੀਕਲ ਨੇ ਉਹ ਸਾਡੀ ਸਿਹਤ ਦੇ ਉੱਪਰ ਜ਼ਰੂਰ ਕਿਤੇ ਨਾ ਕਿਤੇ ਬੁਰਾ ਪ੍ਰਭਾਵ ਪਾਉਂਦੇ ਨੇ। ਤੇ ਜਿਹੜਾ ਸਾਡਾ ਘਰ ਦਾ ਖਾਣਾ ਹੈ ਉਹ ਬਿਲਕੁਲ ਫਰੈਸ਼ ਹੁੰਦਾ ਹੈ, ਤਾਜ਼ਾ ਹੁੰਦਾ ਹੈ। ਸਾਡੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਜਿਵੇਂ ਲੱਸੀ ਤਿਆਰ ਹੁੰਦੀ ਹੈ, ਸਾਗ ਬਣਦਾ ਹੈ, ਮੱਕੀ ਦੀ ਰੋਟੀ ਬਣਦੀ ਹੈ, ਉਹਦੇ ਵਿੱਚ ਕੋਈ ਵੀ ਪ੍ਰਜ਼ਰਵੇਟਿਵਸ ਨਹੀਂ ਪਾਏ ਹੁੰਦੇ, ਕੈਮੀਕਲਸ ਉਹਦੇ ਵਿੱਚ ਐਡ ਨਹੀਂ ਕੀਤੇ ਹੁੰਦੇ। ਸੋ ਦੈਟਸ ਵਾਈ ਉਹ ਸਾਨੂੰ ਨੁਕਸਾਨ ਨਹੀਂ ਕਰਦੇ।
ਅਤੇ ਰਵਾਇਤੀ ਖਾਣੇ ਤੋਂ ਬਿਨਾਂ ਜਿਹੜਾ ਅਸੀਂ ਦੂਸਰਾ ਖਾਣਾ ਖਾਂਦੇ ਹਾਂ ਉਹ ਸਾਡੀ ਹੈਲਥ ਨੂੰ ਨੁਕਸਾਨ ਕਰਦਾ ਹੈ। ਠੀਕ ਹੈ, ਇਸੇ ਲਈ ਸਾਨੂੰ ਰਵਾਇਤੀ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨੈਕਸਟ ਹੈਗਾ ਸੀਗਾ ਪੱਤਰ। ਤੁਸੀਂ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ ਅਤੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਦੀ ਜਾਣਕਾਰੀ ਲੈਣ ਲਈ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਤੁਸੀਂ ਪੱਤਰ ਲਿਖਣਾ ਸੀਗਾ। ਇਹਦੇ ਵਿੱਚ ਤੁਸੀਂ ਕੀ ਕਰਨਾ ਸੀ ਬੇਟਾ, ਸੱਜੇ ਪਾਸੇ ਤੁਸੀਂ ਆਪਣਾ ਐਡਰੈਸ ਲਿਖਣਾ ਸੀਗਾ। ਠੀਕ ਹੈ, ਫਿਰ ਉਸ ਦੇ ਹੇਠਾਂ ਤੁਸੀਂ ਲਿਖਣਾ ਸੀਗਾ ਮੈਨੇਜਰ ਸਾਹਿਬ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਜਾਂ ਬਠਿੰਡਾ ਜਾਂ ਜਿੱਥੇ ਜਿੱਥੇ ਵੀ ਮਿਲਕ ਪਲਾਂਟ ਹੈਗੇ ਨੇ ਤੁਸੀਂ ਲਿਖ ਸਕਦੇ ਸੀਗੇ। ਤੇ ਸ਼੍ਰੀਮਾਨ ਜੀ ਹੇਠਾਂ ਤੁਸੀਂ ਆਪਣਾ ਸਾਰਾ ਕੰਟੈਂਟ ਜੋ ਵੀ ਉਹਦੇ ਵਿੱਚ ਲਿਖਣਾ ਚਾਹੁੰਦੇ ਸੀਗੇ ਕਿ ਮੈਂ ਇੰਨਾ ਪੜ੍ਹਿਆ ਹੋਇਆ ਹਾਂ ਤੇ ਮੈਂ ਹੁਣ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨਾ ਚਾਹੁੰਦਾ ਹਾਂ ਅਤੇ ਮੈਂ ਤੁਹਾਡੇ ਉਤਪਾਦਾਂ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹਾਂ ਕਿ ਕਿਹੜੇ-ਕਿਹੜੇ ਉਤਪਾਦ ਤੁਸੀਂ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਵੇਚ ਰਹੇ ਹੋ, ਉਸ ਦੇ ਬਾਰੇ ਮੈਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹਾਂ ਵਗੈਰਾ ਵਗੈਰਾ। ਤੇ ਹੇਠਾਂ ਤੁਸੀਂ ਪੱਤਰ ਨੂੰ ਜਦੋਂ ਖਤਮ ਕਰਨਾ ਹੈ ਆਪ ਜੀ ਦਾ ਵਿਸ਼ਵਾਸ ਪਾਤਰ, ਹੇਠਾਂ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖਣਾ ਸੀ। ਇਸੇ ਤਰ੍ਹਾਂ ਹੀ ਨੈਕਸਟ ਜਿਹੜੀ ਹੈਗੀ ਹੈ ਪੱਤਰ ਹੈਗਾ, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਭਾਰਤੀ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ। ਤੁਸੀਂ ਬੀਮਾ ਏਜੰਟ ਬਣਨਾ ਚਾਹੁੰਦੇ ਹੋ। ਉਸੇ ਤਰ੍ਹਾਂ ਹੀ ਉੱਪਰ ਆਪਣਾ ਐਡਰੈਸ ਰਾਈਟ ਸਾਈਡ, ਉਸ ਦੇ ਹੇਠਾਂ ਤੁਸੀਂ ਲਿਖਣਾ ਸੀਗਾ ਭਾਰਤੀ ਜੀਵਨ ਬੀਮਾ ਨਿਗਮ ਦਾ ਜਿਹੜਾ ਅਫਸਰ ਹੁੰਦਾ, ਠੀਕ ਹੈ, ਮੈਨੇਜਰ ਸਾਹਿਬ ਭਾਰਤੀ ਜੀਵਨ ਬੀਮਾ ਨਿਗਮ। ਬ੍ਰਾਂਚ ਤੁਸੀਂ ਕੋਈ ਵੀ ਲਿਖ ਸਕਦੇ ਸੀ, ਮਾਨਸਾ, ਬਠਿੰਡਾ। ਸ਼੍ਰੀਮਾਨ ਜੀ ਬੇਨਤੀ ਹੈ ਕਿ ਮੇਰੀ ਯੋਗਤਾ BA ਪਾਸ ਹੈ ਅਤੇ ਮੈਂ ਤੁਹਾਡੇ ਜੀਵਨ ਬੀਮਾ ਨਿਗਮ ਦਾ ਬੀਮਾ ਏਜੰਟ ਬਣਨ ਦੀ ਇੱਛਾ ਰੱਖਦਾ ਹਾਂ। ਕਿਰਪਾ ਕਰਕੇ ਮੈਨੂੰ ਇਹ ਦੱਸਿਆ ਜਾਵੇ ਕਿ ਇਸ ਦੇ ਲਈ ਮੈਨੂੰ ਕਿਹੜਾ ਟੈਸਟ ਪਾਸ ਕਰਨਾ ਪਵੇਗਾ ਅਤੇ ਉਸ ਪ੍ਰੀਖਿਆ ਦੀ ਮਿਤੀ ਕੀ ਹੈ। ਇਹ ਸਾਰੀ ਜਾਣਕਾਰੀ ਕਿਰਪਾ ਕਰਕੇ ਮੈਨੂੰ ਮੁਹੱਈਆ ਕਰਵਾਈ ਜਾਵੇ। ਆਪ ਜੀ ਦਾ ਵਿਸ਼ਵਾਸ ਪਾਤਰ, ਹੇਠਾਂ ਆਪਣਾ ਨਾਮ ਤੇ ਮੋਬਾਈਲ ਨੰਬਰ। ਪੰਜਵਾਂ ਕੁਐਸਚਨ ਜਿਹੜਾ ਸੀਗਾ ਆਪਣਾ ਸੰਖੇਪ ਰਚਨਾ ਕਰਨੀ ਸੀਗੀ। ਪਹਿਲਾਂ ਤੁਸੀਂ ਸਾਰਾ ਪੈਰਾ ਜਦ ਪੜ੍ਹਿਆ ਹੋਏਗਾ ਤਾਂ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਇਸ ਦੇ ਵਿੱਚ ਸੁਲੱਖਣਾ ਬੰਦਾ ਜਾਂ ਸਾਊ ਬੰਦੇ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇਸ ਦਾ ਅਸੀਂ ਸਿਰਲੇਖ ਕੀ ਦੇਵਾਂਗੇ, ਸੁਲੱਖਣਾ ਬੰਦਾ ਜਾਂ ਫਿਰ ਸਾਊ ਬੰਦੇ ਦੇ ਲੱਛਣ, ਇਸ ਦਾ ਸਿਰਲੇਖ ਸੀ। ਠੀਕ ਹੈ, ਸੰਖੇਪ ਕਰਨ ਦਾ ਜਿਹੜਾ ਮੈਥਡ ਸੀਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਾਫੀ ਵਿਸਥਾਰ ਦੇ ਵਿੱਚ। ਮੈਨੂੰ ਹੋਪ ਹੈ ਕਿ ਤੁਸੀਂ ਵਧੀਆ ਹੀ ਕਰਕੇ ਆਏ ਹੋਵੋਗੇ। ਨੈਕਸਟ ਜਿਹੜਾ ਸੀਗਾ ਸ਼ਬਦ ਸਮੂਹ ਤੁਹਾਨੂੰ ਬਹੁਤ ਸੌਖੇ ਆਏ ਸੀਗੇ, ਵੈਰੀ ਈਜ਼ੀ। ਇਹਦੇ ਵਿੱਚ ਕੋਈ ਵੀ ਕਨਫਿਊਜ਼ਿੰਗ ਨਹੀਂ ਤੁਹਾਨੂੰ ਹੋਣੀ ਚਾਹੀਦੀ, ਕਿਉਂਕਿ ਜਿਹੜਾ ਪਹਿਲਾ ਅੱਖਰ ਹੈ ਅਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ। ਊੜਾ ਆੜਾ ਤੁਸੀਂ ਸਾਈਡ ਤੇ ਲਿਖ ਲਿਆ ਹੋਣਾ, ਮੈਨੂੰ ਪਤਾ ਹੈ। ਇਹਦੇ ਵਿੱਚ ਜਿਹੜਾ ਪਹਿਲਾ ਵਰਡ ਆਏਗਾ ਉਹ ਕੀ ਆਏਗਾ, ਹੁਸ਼ਿਆਰਪੁਰ ਆਏਗਾ, ਕਿਉਂਕਿ ਹਾ ਹੈ ਜਿਹੜਾ ਉਹ ਪਹਿਲਾਂ ਆਂਦਾ ਹੈ। ਊੜਾ ਆੜਾ ਈੜੀ ਸੱਸਾ ਹਾ, ਠੀਕ ਹੈ, ਹੁਸ਼ਿਆਰਪੁਰ ਆਂਦਾ ਪਹਿਲਾਂ। ਫਿਰ ਕੱਕਾ ਆਂਦਾ ਉਸ ਤੋਂ ਬਾਅਦ ਕਰਤਾਰਪੁਰ। ਨੈਕਸਟ ਕੀ ਆਂਦਾ ਹੈ, ਗੁਰਦਾਸਪੁਰ। ਫਿਰ ਜਲੰਧਰ, ਪਠਾਨਕੋਟ ਅਤੇ ਲੁਧਿਆਣਾ, ਕਿਉਂਕਿ ਲੱਲਾ ਅੱਖਰ ਹੈ ਜਿਹੜਾ ਉਹ ਸਾਡੀ ਵਰਨਮਾਲਾ ਦੇ ਵਿੱਚ ਇਹਨਾਂ ਸਾਰੇ ਅੱਖਰਾਂ ਤੋਂ ਬਾਅਦ ਆਉਂਦਾ ਹੈ। ਤਾਂ ਅਸੀਂ ਅੱਖਰਾਂ ਦੀ ਤਰਤੀਬ ਦੇਖਣੀ ਹੁੰਦੀ ਹੈ, ਜਿਸ ਦੇ ਅਨੁਸਾਰ ਅਸੀਂ ਬੜੀ ਹੀ ਆਸਾਨੀ ਨਾਲ ਇਸ ਨੂੰ ਤਰਤੀਬ ਦੇ ਵਿੱਚ ਸੈੱਟ ਕਰ ਸਕਦੇ ਸੀਗੇ। ਇਸੇ ਤਰ੍ਹਾਂ ਹੀ ਦੂਸਰਾ ਜਿਹੜਾ ਤੁਹਾਨੂੰ ਗਰੁੱਪ ਆਇਆ ਸੀਗਾ ਇਹ ਵੀ ਬਹੁਤ ਈਜ਼ੀ ਸੀਗਾ, ਕਿਉਂਕਿ ਅਸੀਂ ਪਹਿਲੇ ਅੱਖਰ ਦਾ ਹੀ ਖਿਆਲ ਰੱਖਣਾ ਸੀਗਾ। ਹੋਰ ਇਹਦੇ ਵਿੱਚ ਕੋਈ ਕਨਫਿਊਜ਼ਨ ਜ਼ਿਆਦਾ ਹੈ ਨਹੀਂ ਸੀਗੀ। ਕਈ ਵਾਰ ਸਾਨੂੰ ਸੇਮ ਅੱਖਰ ਦਿੱਤੇ ਹੁੰਦੇ ਨੇ, ਫਿਰ ਅਸੀਂ ਉਹਦੇ ਨਾਲ ਸਾਨੂੰ ਮਾਤਰਾ ਦੇਖਣੀ ਪੈਂਦੀ ਹੈ, ਉਹਦੇ ਪੈਰ 'ਚ ਬਿੰਦੀ ਦੇਖਣੀ ਪੈਂਦੀ ਹੈ। ਨਥਿੰਗ ਦਿਸ ਟਾਈਪ ਆਫ ਕੁਝ ਵੀ ਨਹੀਂ ਸੀਗਾ। ਪਹਿਲਾ ਅੱਖਰ ਇਹਦੇ ਵਿੱਚ ਆਵੇਗਾ ਖਲਵਾੜਾ, ਕਿਉਂਕਿ ਖੱਖਾ ਜਿਹੜਾ ਹੈਗਾ ਉਹ ਪਹਿਲਾਂ ਆਂਦਾ ਹੈ। ਨੈਕਸਟ ਸੈਕਿੰਡ ਨੰਬਰ ਤੇ ਆਏਗਾ ਛਣਕਾਰ, ਕਿਉਂਕਿ ਚੱਚੇ ਛੱਛੇ ਵਾਲੀ ਲਾਈਨ ਦੇ ਵਿੱਚ ਛੱਛਾ ਜਿਹੜਾ ਦੂਸਰੇ ਨੰਬਰ ਤੇ ਆ ਜਾਂਦਾ ਹੈ। ਫਿਰ ਦਸਮ ਗ੍ਰੰਥ ਆਏਗਾ, ਫਿਰ ਨਿੰਦਕ ਆਏਗਾ, ਫਿਰ ਪ੍ਰਾਗ ਆਏਗਾ ਤੇ ਫਿਰ ਬੰਜਰ ਆਏਗਾ। ਠੀਕ ਹੈ ਜੀ, ਦਿਸ ਵਾਜ਼ ਦਾ ਰਾਈਟ ਆਂਸਰ। ਅੱਗੇ ਸੀਗਾ ਬੇਟਾ ਤੁਹਾਡਾ ਵਾਕ ਵਟਾਂਦਰਾ। ਮਿਹਨਤ ਸਫਲ ਹੋਈ, ਅਸੀਂ ਇਸ ਨੂੰ ਨਾਂਹਵਾਚਕ ਦੇ ਵਿੱਚ ਬਦਲਣਾ ਸੀਗਾ, ਇਹਦਾ ਨਾਂਹਵਾਚਕ ਵਾਕ ਬਣਾਉਣਾ ਸੀ। ਤੁਹਾਨੂੰ ਕੀ ਸਮਝਾਇਆ ਹੋਇਆ ਹੈ ਕਿ ਵਾਕ ਨਾਂਹਵਾਚਕ ਜਾਂ ਹਾਵਾਚਕ ਵੀ ਬਣਨਾ ਚਾਹੀਦਾ ਹੈ ਤੇ ਉਸਦੇ ਨਾਲ ਉਸਦੇ ਅਰਥ ਵੀ ਨਹੀਂ ਬਦਲਣੇ ਚਾਹੀਦੇ। ਮਿਹਨਤ ਸਫਲ ਹੋਈ ਦਾ ਨਾਂਹਵਾਚਕ ਅਸੀਂ ਕੀ ਬਣਾਵਾਂਗੇ, ਮਿਹਨਤ ਵਿਅਰਥ ਨਹੀਂ ਗਈ। ਕਾਸ਼ ਮੈਂ ਡਾਕਟਰ ਹੁੰਦਾ ਸਧਾਰਨ ਵਾਕ ਦੇ ਵਿੱਚ ਬਦਲਣਾ ਹੈ, ਵਿਸਮੇਵਾਚਕ ਸਾਨੂੰ ਦਿੱਤਾ ਹੀ ਹੋਇਆ ਹੈ, ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ। ਤੁਸੀਂ ਆਪਣਾ ਨਾਂ ਦੱਸੋ, ਪ੍ਰਸ਼ਨਵਾਚਕ ਬਣਾਉਣਾ ਹੈ, ਤੁਹਾਡਾ ਨਾਮ ਕੀ ਹੈ। ਬਿਮਾਰ ਹੋਣ ਕਾਰਨ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ, ਇਸ ਨੂੰ ਮਿਸ਼ਰਿਤ ਵਾਕ ਦੇ ਵਿੱਚ ਤਬਦੀਲ ਕਰਨਾ ਸੀ, ਕਿਉਂਕਿ ਉਹ ਬਿਮਾਰ ਹੈ ਇਸ ਲਈ ਤੁਹਾਡਾ ਕੰਮ ਨਹੀਂ ਕਰ ਸਕਦਾ। ਕਾਰ ਰਾਜੂ ਦੁਆਰਾ ਚਲਾਈ ਗਈ,
राजू ने कार चलाई। फुੱਲ बहुत सुंदर है, विस्मयवाचक बनाना है। वाह कितना सुंदर फुੱਲ है। ਅੱਗੇ ਅਖਾਣ ਜਾਂ ਅਖੌਤਾ ਨੇ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਇੱਕ ਚੀਜ਼ ਨੂੰ ਵਰਤੇ ਤੇ ਸਾਰੇ ਉਸ ਦੀ ਮੰਗ ਕਰਨ ਲੱਗ ਪੈਣ। ਜਦੋਂ ਮੈਂ ਡਿਕਸ਼ਨਰੀ ਇੱਕ ਸ਼ਬਦ ਦਾ ਅਰਥ ਦੇਖਣ ਲਈ ਚੱਕੀ ਤਾਂ ਸਾਰੇ ਪਰਿਵਾਰ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਵੀ ਸ਼ਬਦ ਦਾ ਅਰਥ ਦੇਖਣਾ ਹੈ, ਮੈਂ ਵੀ ਸ਼ਬਦ ਦਾ ਅਰਥ ਦੇਖਣਾ ਹੈ। ਮੈਂ ਕਿਹਾ ਤੁਹਾਡੀ ਤਾਂ ਉਹ ਗੱਲ ਹੋ ਗਈ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਨਵਾਂ 9 ਦਿਨ, ਪੁਰਾਣਾ 100 ਦਿਨ। ਇਹ ਉਦੋਂ ਵਰਤੀ ਜਾਂਦੀ ਹੈ ਅਖਾਣ ਜਦੋਂ ਅਸੀਂ ਇਹ ਦੱਸਣਾ ਹੋਵੇ ਕਿ ਪੁਰਾਣੀ ਚੀਜ਼ ਹੈ ਜਿਹੜੀ ਉਹ ਜ਼ਿਆਦਾ ਹੰਢਦੀ ਹੈ। ਜਸਵੰਤ ਸਿੰਘ ਦਾ ਪੁੱਤਰ ਨਵੀਂ ਕਾਰ ਲਿਆਉਣ ਦੇ ਲਈ ਜਿੱਦ ਕਰ ਰਿਹਾ ਸੀ। ਜਸਵੰਤ ਸਿੰਘ ਨੇ ਉਸ ਨੂੰ ਕਿਹਾ ਕਿ ਅਜੇ ਆਪਣੀ ਪੁਰਾਣੀ ਕਾਰ ਵੀ ਵਧੀਆ ਕੰਮ ਦੇਈ ਜਾਂਦੀ ਹੈ, ਜਿਹੜੀ ਤੂੰ ਨਵੀਂ ਕਾਰ ਲੈ ਕੇ ਆਵੇਂਗਾ ਉਸਨੇ ਵੀ ਤਾਂ ਇੱਕ ਦਿਨ ਪੁਰਾਣੀ ਹੋ ਹੀ ਜਾਣਾ ਹੈ, ਕਿਉਂਕਿ ਸਿਆਣਿਆਂ ਨੇ ਕਿਹਾ ਹੈ ਨਵਾਂ 9 ਦਿਨ, ਪੁਰਾਣਾ 100 ਦਿਨ। ਭੱਜਦਿਆਂ ਨੂੰ ਵਾਹਣ ਇੱਕੋ ਜਿਹੇ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਵੀ ਧਿਰ ਜਦੋਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦੋਨਾਂ ਧਿਰਾਂ ਨੂੰ ਇੱਕੋ ਜਿਹੀਆਂ ਹੀ ਔਕੜਾਂ ਆਉਂਦੀਆਂ ਨੇ। ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੂੰਹ ਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ ਕਿ ਬਜ਼ੁਰਗੋ, ਤੁਹਾਡੀ ਚੰਗੀ ਗੱਲ ਨਹੀਂ ਹੈ। ਜੇਕਰ ਅਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨ ਲੱਗ ਪਏ ਤਾਂ ਤੁਹਾਨੂੰ ਵੀ ਓਨੀਆਂ ਹੀ ਔਕੜਾਂ ਆਉਣਗੀਆਂ ਤੇ ਸਾਨੂੰ ਵੀ, ਕਿਉਂਕਿ ਸਿਆਣਿਆਂ ਨੇ ਕਿਹਾ ਹੈ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ। ਵੇਲੇ ਦੀ ਨਮਾਜ਼, ਕਵੇਲੇ ਦੀਆਂ ਟੱਕਰਾਂ। ਜਦੋਂ ਕੋਈ ਕੰਮ ਹੈ ਜਿਹੜਾ ਉਹ ਸਮੇਂ ਸਿਰ ਨਾ ਕੀਤਾ ਜਾਵੇ। ਕੁਲਜੀਤ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਪੇਪਰ ਸਿਰ ਤੇ ਆ ਗਏ ਹਨ ਤਾਂ ਉਸਨੇ ਆਪਣੇ ਦੋਸਤਾਂ ਤੋਂ ਨੋਟਸ ਮੰਗਣੇ ਸ਼ੁਰੂ ਕਰ ਦਿੱਤੇ, MPD ਦੀਆਂ ਗਾਈਡਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਉਸਦੇ ਮਾਪਿਆਂ ਨੇ ਉਸਨੂੰ ਕਿਹਾ ਕਿ ਹੁਣ ਇੰਨੇ ਥੋੜੇ ਸਮੇਂ ਵਿੱਚ ਤੂੰ ਕੀ ਪੜ੍ਹ ਲਵੇਂਗਾ, ਤੇਰੀ ਤਾਂ ਉਹ ਗੱਲ ਹੈ ਵੇਲੇ ਦੀ ਨਮਾਜ਼, ਕਵੇਲੇ ਦੀਆਂ ਟੱਕਰਾਂ। ਇੱਕ ਦਰ ਬੰਦ, 100 ਦਰ ਖੁੱਲਾ। ਇਹ ਉਦੋਂ ਵਰਤੀ ਜਾਂਦੀ ਹੈ ਅਖਾਣ ਜਦੋਂ ਕੋਈ ਵਿਅਕਤੀ ਹੈ ਜਿਹੜਾ ਉਹ ਬੇਵੱਸ ਹੋ ਜਾਂਦਾ ਹੈ ਤੇ ਉਸਨੂੰ ਹੌਸਲਾ ਦੇਣ ਦੇ ਲਈ ਇਹ ਕਿਹਾ ਜਾਂਦਾ ਹੈ ਕਿ ਉਸਦੇ ਲਈ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਸ਼ਾਵਾਂ ਨੇ ਜਾਂ ਉਮੀਦਾਂ ਨੇ ਉਹ ਖੁੱਲੀਆਂ ਨੇ। ਮਨਜਿੰਦਰ ਸਿੰਘ ਨੂੰ ਜਦੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਸਦੇ ਦੋਸਤਾਂ ਨੇ ਕਿਹਾ ਕਿ ਤੈਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਫਿਰ ਕੀ ਹੋਇਆ? ਜੇ ਤੁਹਾਨੂੰ ਇਸ ਨੌਕਰੀ ਤੋਂ ਨਿਕਾਲ ਦਿੱਤਾ ਗਿਆ ਤਾਂ ਹੋਰ ਵੀ ਬਹੁਤ ਸਾਰੀਆਂ ਹੋ ਸਕਦਾ ਕਿ ਇਸ ਤੋਂ ਵੱਡੀ ਨੌਕਰੀ ਦਾ ਦਰਵਾਜ਼ਾ ਤੇਰੇ ਲਈ ਖੁੱਲਾ ਹੋਵੇ, ਤੇਰੀ ਉਡੀਕ ਕਰ ਰਿਹਾ ਹੋਵੇ, ਕਿਉਂਕਿ ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਇੱਕ ਦਰ ਬੰਦ 100 ਦਰ ਖੁੱਲਾ। ਇਸੇ ਤਰ੍ਹਾਂ ਕੇਂਦਰੀ ਭਾਵ ਲਿਖਣੇ ਸੀਗੇ ਬੱਚੋ। ਵਾਰਿਸ ਸ਼ਾਹ ਦਾ ਕੇਂਦਰੀ ਭਾਵ, ਠੀਕ ਹੈ, ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਇਹ ਕਵਿਤਾ ਹੈ। 1947 ਵੇਲੇ ਦੇ ਫਿਰਕੂ ਫਸਾਦਾਂ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਹੱਸਦੇ ਖੇਡਦੇ ਗੱਭਰੂ ਤੇ ਮੁਟਿਆਰਾਂ ਪ੍ਰੀਤ ਦੀ ਗੱਲ ਛੱਡ ਕੇ ਆਪਸ ਦੇ ਵਿੱਚ ਧਰਮ ਦੇ ਨਾਂ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਮੇਰਾ ਬਚਪਨ ਹਰਿਭਜਨ ਸਿੰਘ ਦੀ ਲਿਖੀ ਹੋਈ ਕਵਿਤਾ ਹੈ। ਇਹਦੇ ਵਿੱਚ ਡਾਕਟਰ ਹਰਿਭਜਨ ਸਿੰਘ ਜੀ ਕੀ ਕਹਿੰਦੇ ਨੇ ਕਿ ਪਿਤਾ ਤੋਂ ਵੀ ਹੋਣਾ ਬੱਚਾ ਆਪਣੇ ਬਚਪਨ ਨੂੰ ਨਹੀਂ ਮਾਣ ਸਕਦਾ। ਉਸਦੀ ਮਾਂ ਉਸਦੇ ਸਮਾਜਿਕ ਤੇ ਮਾਨਸਿਕ ਵਿਕਾਸ ਦੇ ਵਿੱਚ ਓਨਾ ਹਿੱਸਾ ਨਹੀਂ ਪਾ ਸਕਦੀ ਤੇ ਉਹ ਬੱਚਾ ਵੱਡਾ ਹੋ ਕੇ ਮਹਿਸੂਸ ਕਰਦਾ ਹੈ ਕਿ ਉਸਦੀ ਮਾਸੂਮੀਅਤ ਉਸ ਤੋਂ ਖੁੱਸ ਗਈ ਹੈ। ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ। ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਕਵਿਤਾ ਹੈ। ਇਸ ਦੇ ਵਿੱਚ ਕਵੀ ਕਹਿੰਦੇ ਹਨ ਕਿ ਸਾਨੂੰ ਪਾਣੀ ਵਿਅਰਥ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਪਾਣੀ ਮਨੁੱਖਾਂ ਅਤੇ ਰੁੱਖਾਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਸਾਨੂੰ ਇਸ ਨੂੰ ਬਿਲਕੁਲ ਵੀ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਕਹਾਣੀ ਦਾ ਸਾਰ ਲਿਖਣਾ ਸੀ ਸਤਿਆ ਸਈ, ਘਰ ਜਾ ਆਪਣੇ ਤੇ ਮਾੜਾ ਬੰਦਾ। ਪਿਆਰੇ ਬੱਚੋ, ਇਹ ਤਾਂ ਸੀਗਾ ਤੁਹਾਡੇ ਪੇਪਰ ਦਾ ਸੋਲਿਊਸ਼ਨ। ਆਈ ਹੋਪ ਕਿ ਤੁਹਾਡਾ ਪੇਪਰ ਵਧੀਆ ਹੀ ਹੋਇਆ ਹੋਵੇਗਾ ਤੇ ਤੁਹਾਡੇ ਬਹੁਤ ਚੰਗੇ ਅੰਕ ਆਉਣਗੇ। ਜੁੜੇ ਰਹੋ ਫਿਰ ਇਸ ਚੈਨਲ ਦੇ ਨਾਲ। ਜੇਕਰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਵੋ। ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।